वाहिगुरू जी का खालसा वाहिगुरू जी की फतेह। वाहिगुरू साहिब जी एक ओंकार सतनाम करता पुरख निरभउ निर्वैर आकाल मूरत आजुनी सैभं गुर प्रसाद। एक दो जीवो लख 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 गेड़ा आखिया एक नाम जगदीश। ए तरा पत पवड़ियां चढ़िया होए अकीस सुन गल्लां आकाश की कीटा आई रीस। नानक नजरी पाईऐ कूड़ी कूड़ै ठीस। वाहिगुरू जी का खालसा वाहिगुरू जी की फतेह। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਸਤਿਗੁਰਾਂ ਨੇ ਕਿਰਪਾ ਕੀਤੀ। ਵਾਹਿਗੁਰੂ ਆਪਾਂ ਨੂੰ ਜਪ ਬਾਣੀ ਦੀ ਵਿਚਾਰ ਬਖਸ਼ੀ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਵਾਲੀ ਬਾਣੀ ਸਾਹਿਬ ਤੋਂ, ਜਿਹਨੂੰ ਸੰਸਾਰ ਦੇ ਅੰਦਰ ਜਪ ਜੀ ਸਾਹਿਬ ਕਹਿ ਕੇ ਵੀ ਸੰਬੋਧਨ ਕੀਤਾ ਜਾਂਦਾ ਹੈ। ਅਸਲ ਵਿੱਚ ਜਪ ਜੀ ਨਾਂ ਦੀ ਬਾਣੀ ਕੋਈ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਜਪ ਬਾਣੀ ਦਾ ਨਾਮ ਜਪ। ਉਹ ਸੰਪਰਦਾਵਾਂ ਨੇ ਆਪਣੀਆਂ ਆਪਣੇ ਡੇਰਿਆਂ ਨੇ ਆਪਣੀਆਂ ਟਕਸਾਲਾਂ ਨੇ ਜਾਂ ਕਿਤੇ ਹੋਰ ਜਿਵੇਂ ਜਿਵੇਂ ਅਲੱਗ ਅਲੱਗ ਆਪਣੀਆਂ ਰਹਿਤ ਮਰਿਆਦਾ ਬਣਾ ਕੇ ਅਤੇ ਮੂਲ ਮੰਤਰ ਨੂੰ ਵਾਹਿਗੁਰੂ ਜੀ ਉਹ ਜੋ ਗੁਰਪ੍ਰਸਾਦ ਤੱਕ ਜਦੋਂ ਲੈ ਗਏ ਅਤੇ ਫਿਰ ਵਿੱਚੋਂ ਉਹ ਜਪ ਦਾ ਨਾਮ ਜਪ ਬਾਣੀ ਦਾ ਸੀ ਨਾ ਉਹਨੂੰ ਕੱਢ ਕੇ ਅਤੇ ਜਪਜੀ ਸਾਹਿਬ ਕਰ ਦਿੱਤਾ। ਜਪਜੀ ਸਾਹਿਬ ਨਾਂ ਦੀ ਤਾਂ ਬਾਣੀ ਨਹੀਂ ਵਿੱਚ ਕੋਈ, ਜਪ ਬਾਣੀ ਦਾ ਨਾਮ ਆ। ਗੁਰਪ੍ਰਸਾਦ ਤੱਕ ਮੂਲ ਮੰਤਰ ਹੈ। ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਦੇ ਮੁਤਾਬਕ ਜਦੋਂ ਆਪਾਂ ਦੇਖਦੇ ਹਾਂ ਤਾਂ ਉਹਨੂੰ ਅਗਾਂਹ ਵਧਾ ਦਿੱਤਾ ਗਿਆ ਆ। ਚਲੋ ਗੁਰੂ ਕਿਰਪਾ ਕਰਨ, ਹੌਲੀ ਹੌਲੀ ਸਾਰਿਆਂ ਨੂੰ ਪਤਾ ਲੱਗੇਗਾ, ਸਮਝ ਆ ਜਾਏਗੀ। ਸੋ ਵਾਹਿਗੁਰੂ ਜੀ ਆਪਾਂ ਪਿੱਛੇ ਹੁਣ ਤੀਕਰ 31 ਪੌੜੀਆਂ ਦੀ ਵਿਚਾਰ ਕੀਤੀ ਆ। ਜੇ ਆਪਾਂ ਮੂਲ ਮੰਤਰ ਨੂੰ ਅਤੇ ਪਹਿਲਾ ਸਲੋਕ ਜਿਹੜਾ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਵਾਲਾ ਜੇ ਛੱਡੀਏ ਤਾਂ 31 ਪੌੜੀਆਂ ਵਾਹਿਗੁਰੂ ਬਣਦੀਆਂ ਨੇ ਉਸ ਤੋਂ ਬਾਅਦ ਦੀਆਂ। ਇਹ ਅੱਜ 32 ਨੰਬਰ ਪੌੜੀ ਹੈ ਵਾਹਿਗੁਰੂ ਜੀ, ਉਹ ਜਿਹਦੀ ਵਿਚਾਰ ਗੁਰੂ ਸਾਹਿਬ ਕਰਵਾ ਰਹੇ। ਨਾਲ ਨਾਲ ਦੇਖਦੇ ਹਾਂ ਇੱਥੇ ਗੁਰੂ ਸਾਹਿਬ ਨੇ ਗੱਲ ਕੀਤੀ ਹੈ, ਕਹਿੰਦੇ ਇੱਕ ਦੋ ਜੀਵੋ ਲੱਖ ਹੋਏ ਲੱਖ ਹੈ ਲੱਖ ਵੀਸ। ਮੰਨ ਲਓ ਗੁਰੂ ਸਾਹਿਬ ਕਹਿੰਦੇ ਮੰਨ ਲਓ ਭਾਈ ਮੇਰੀ ਇੱਕ ਜ਼ਬਾਨ ਤੋਂ 1 ਲੱਖ ਜ਼ਬਾਨਾਂ ਹੋ ਜਾਣ, ਇੱਕ ਜੀਵ ਤੋਂ 20 ਲੱਖ, ਇੱਕ ਜੀਵ ਤੋਂ ਲੱਖਾਂ ਜੀਵਾਂ ਹੋ ਜਾਣ, ਇੱਕ ਜੀਵ ਤੋਂ ਲੱਖਾਂ ਜੀਵਾਂ ਅਤੇ ਲੱਖਾਂ ਜੀਵਾਂ ਤੋਂ ਫਿਰ 20 ਲੱਖ ਅੱਗੇ ਗਾਂਹ ਦੀ ਗਾਂਹ ਹੋਰ ਹੋ ਜਾਣ। ਲੱਖ ਲੱਖ ਗੇੜਾ ਆਖੀ ਹੈ ਇੱਕ ਨਾਮ ਜਗਦੀਸ਼। ਅਤੇ ਇਹਨਾਂ ਦੇ ਨਾਲ ਇਹਨਾਂ 20 ਲੱਖ ਜੀਵਾਂ ਦੇ ਨਾਲ ਜੇ ਮੈਂ ਅਕਾਲ ਪੁਰਖ ਵਾਹਿਗੁਰੂ ਦਾ ਇੱਕ ਨਾਮ ਨੂੰ 1 ਲੱਖ ਵਾਰੀ ਆਖੀਏ ਤਾਂ ਵੀ ਕੂੜੇ ਮਨੁੱਖ ਦੀ ਇਹ ਕੂੜੀ ਠੀਸ ਹੈ। ਭਾਵ ਜੇ ਮਨੁੱਖ ਇਹ ਖਿਆਲ ਕਰੇ ਨਾ ਕਿ ਮੈਂ ਆਪਣੇ ਉਦਮ ਦੇ ਆਸਰੇ ਇਸ ਤਰ੍ਹਾਂ ਨਾਮ ਸਿਮਰ ਕੇ ਅਕਾਲ ਪੁਰਖ ਨੂੰ ਪਾ ਸਕਦਾ ਤਾਂ ਇਹ ਝੂਠਾ ਹੰਕਾਰ ਹੀ ਹੈ। ਜੇ ਮੰਨ ਲਓ ਇੱਕ ਜੀਵ ਤੋਂ ਲੱਖ ਜੀਵਾਂ ਹੋ ਜਾਣ ਅਤੇ ਲੱਖ ਜੀਵਾਂ ਤੋਂ 20 ਲੱਖ ਬਣ ਜਾਣ, ਇਹਨਾਂ 20 ਲੱਖ ਜੀਵਾਂ ਨਾਲ ਜੇ ਅਕਾਲ ਪੁਰਖ ਦੇ ਇੱਕ ਨਾਮ ਨੂੰ ਜਪਿਆ ਵੀ ਜਾਵੇ ਤਾਂ ਵੀ ਗੁਰੂ ਸਾਹਿਬ ਕਹਿੰਦੇ ਪੁੱਤਰ ਇਹ ਕੂੜੀ ਹੀ ਠੀਸ ਹੈ। ਭਾਵ ਬਿਲਕੁਲ ਝੂਠ ਹੈ ਅਤੇ ਹੰਕਾਰ ਹੈ, ਇੱਦਾਂ ਹੋ ਨਹੀਂ ਸਕਦਾ। ਅੱਗੇ ਕਹਿੰਦੇ ਆ ਏ ਤਰਾ ਪਤ ਪਵੜੀਆਂ ਇਹ ਤਰਾ ਪਤ ਪਵੜੀਆਂ ਚੜ੍ਹੀਐ ਹੋਏ ਅਕੀਸ। ਇਹ ਤਰ੍ਹਾਂ ਇਸ ਰਸਤੇ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਵਾਲੇ ਰਸਤੇ ਦੇ ਵਿੱਚ ਇਹ ਤਰ੍ਹਾਂ ਤੋਂ ਭਾਵਨਾ ਵੀ ਗੁਰੂ ਦੇ ਦੱਸੇ ਹੋਏ ਰਾਹ 'ਤੇ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ। ਇਸ ਰਾਹ 'ਤੇ ਗੁਰੂ ਦੇ ਮਿਲਾਪ ਦੇ ਰਸਤੇ 'ਤੇ ਚੱਲਦਿਆਂ ਹੋਇਆਂ ਪਵੜੀਆਂ ਪਤ ਪਵੜੀਆਂ ਇਸ ਰਸਤੇ ਵਿੱਚ ਵਾਹਿਗੁਰੂ ਨਾਲੋਂ ਵਿੱਥ ਦੂਰ ਕਰਨ ਵਾਲੇ ਹਰ ਰਾਹ ਵਾਲੇ ਰਾਹ ਵਿੱਚ ਅਕਾਲ ਪੁਰਖ ਨੂੰ ਮਿਲਣ ਵਾਸਤੇ ਜੋ ਪੌੜੀਆਂ ਨੇ
ਉਹਨਾਂ ਉੱਤੇ ਆਪਾਂ ਭਾਵ ਗਵਾ ਕੇ ਚੜ੍ਹ ਸਕਦਾ, ਉੱਦਾਂ ਬੰਦਾ ਚੜ੍ਹ ਨਹੀਂ ਸਕਦਾ। ਪੱਤ ਪਵੜੀਆਂ ਚੜ੍ਹੀਏ ਹੋਏ ਅਕੀਸ, ਲੱਖਾਂ ਜੀਵਾਂ ਨਾਲ ਵੀ ਗਿਣਤੀ ਦੇ ਸਿਮਰਨ ਨਾਲ ਕੁਝ ਨਹੀਂ ਬਣਦਾ, ਫਿਰ ਵੀ ਨਹੀਂ ਬਣਨਾ। ਵਾਹਿਗੁਰੂ ਦੇ ਇਸ ਰਸਤੇ 'ਤੇ ਪੌੜੀਆਂ ਨੇ, ਇਹਨਾਂ ਦੇ ਡੰਡਿਆਂ ਉੱਤੇ ਦੀ ਚੜ੍ਹ ਕੇ ਮੈਂ ਉਹਨਾਂ ਨਾਲ ਇੱਕਮਿਕ ਹੋ ਜਾਵਾਂ, ਮੰਨ ਲਓ ਮੈਂ ਹੋ ਜਾਵਾਂ, ਫਿਰ ਵੀ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ। ਮੰਨ ਲਓ ਕਹਿੰਦਾ ਦੇਖੋ ਧਿਆਨ ਨਾਲ, ਗਿਣਤੀ ਦੇ ਪਾਠਾਂ ਵਾਲਾ ਉਦਮ ਇੱਦਾਂ ਦਾ ਹੀ ਹੈ, ਸਮਝ ਲਓ। ਆਕਾਸ਼ ਦੀਆਂ ਗੱਲਾਂ ਸੁਣ ਕੇ ਕੀੜਿਆਂ ਨੇ ਵੀ ਇਹ ਰੀਸ ਆ ਗਈ ਕਿ ਅਸੀਂ ਵੀ ਆਕਾਸ਼ 'ਤੇ ਅੱਪੜ ਜਾਈਏ। ਇਸ ਰਸਤੇ ਵਿੱਚ ਵਾਹਿਗੁਰੂ ਨਾਲੋਂ ਵਿੱਥ ਦੂਰ ਕਰਨ ਵਾਸਤੇ, ਰਾਹ ਵਿੱਚ ਅਕਾਲ ਪੁਰਖ ਨੂੰ ਮਿਲਣ ਵਾਸਤੇ ਜੋ ਪੌੜੀਆਂ ਨੇ, ਉਹਨਾਂ ਉੱਤੇ ਆਪਾਂ ਭਾਵ ਗਵਾ ਕੇ ਚੜ੍ਹਿਆ ਜਾਂਦਾ। ਅਤੇ ਜੇ ਮੈਂ ਚੜ੍ਹ ਵੀ ਜਾਵਾਂ ਲੱਖਾਂ ਜੀਭਾਂ ਨਾਲ, ਗਿਣਤੀ ਦੇ ਸਿਮਰਨ ਨਾਲ ਕੁਝ ਨਹੀਂ ਬਣਦਾ। ਆਪਾਂ ਭਾਵ ਦੂਰ ਕਰਨ ਤੋਂ ਬਿਨਾਂ ਇਹ ਗਿਣਤੀਆਂ ਦੇ ਪਾਠਾਂ ਵਾਲਾ ਉਦਮ ਇੱਦਾਂ ਦਾ ਹੀ ਹੈ ਜਿਵੇਂ ਕੋਈ ਆਕਾਸ਼ ਦੀਆਂ ਗੱਲਾਂ ਸੁਣ ਕੇ ਕੀੜਿਆਂ ਨੂੰ ਇਹ ਰੀਸ ਆ ਜਾਵੇ ਕਿ ਅਸੀਂ ਵੀ ਆਕਾਸ਼ 'ਤੇ ਅੱਪੜ ਜਾਈਏ। ਅੱਪੜ ਸਕਦੇ ਹੋ? ਕਦੀ ਵੀ ਨਹੀਂ। ਇਹਦਾ ਸੁਣ ਕੇ ਜੋ ਨਾ ਬੈਕੁੰਠੀ ਸੱਚਖੰਡ ਦੀਆਂ ਗੱਲਾਂ ਬਾਤਾਂ ਸੁਣ ਕੇ ਆਖਿਆ ਨਾ, ਜਿਵੇਂ ਮੇਰੇ ਵਰਗਾ ਵੀ ਲੈ ਬਈ ਨਕਲ ਕਰਨੀ ਚਾਹੁੰਦਾ ਬੰਦਾ, ਨਹੀਂ ਗੱਲ ਬਣਦੀ। ਪਰ ਖੇਡ ਕਿੱਥੇ ਆ ਕੇ ਮੁੱਕਦੀ? ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ। ਅਕਾਲ ਪੁਰਖ ਵਾਹਿਗੁਰੂ ਦੀ ਨਜ਼ਰ ਨਾਲ ਹੀ ਵਾਹਿਗੁਰੂ ਨੂੰ ਮਿਲਿਆ ਜਾ ਸਕਦਾ ਹੈ। ਨਾਨਕ ਜੀ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਹੋਵੇ ਨਾ, ਉਸ ਨੂੰ ਤਾਂ ਮਿਲਿਆ ਜਾਂਦਾ, ਨਹੀਂ ਤਾਂ ਕੂੜੇ ਮਨੁੱਖ ਦੀ ਆਪਣੇ ਆਪ ਦੀ ਨਿਰੀ ਕੂੜੀ ਹੀ ਵਡਿਆਈ ਹੈ ਕਿ ਮੈਂ ਸਿਮਰਨ ਕਰ ਰਿਹਾ ਜੀ, ਮੈਂ ਫਲਾਣਾ ਜੀ, ਮੈਂ ਟੀਕਣਾ। ਇਹ ਬਿਲਕੁਲ ਝੂਠ ਵਾਲਾ ਕੰਮ ਹੀ, ਕਹਿੰਦਾ ਝੂਠ ਫਰੇਬ ਵੀ ਹੈ। ਜੇ ਨਿਰੀ ਜਿਹੜਾ ਝੂਠੀ ਗੱਪ ਵਾਲਾ ਕੰਮ ਹੁੰਦਾ ਹੈ, ਵੀ ਗੱਪ ਹੀ ਮਾਰਨ ਲਿਆ, ਕਹਿੰਦਾ ਨਾਮ ਜਪਣ ਵਾਲਾ ਕਿੱਥੇ ਨਾਮ ਜਪ ਸਕਦਾ ਕੋਈ? ਵਾਹਿਗੁਰੂ ਦੀ ਕਿਰਪਾ ਤੋਂ ਬਗੈਰ ਕੋਈ ਨਹੀਂ ਜਪ ਸਕਦਾ। ਅਗਲੀ ਪੌੜੀ ਦੇਖੋ, ਆਖਣ ਜੋਰ ਚੁਪੈ ਨਹਿ ਜੋਰ, ਆਖਣ ਜੋਰ ਚੁਪੈ ਨਹਿ ਜੋਰ। ਚੁੱਪ ਰਹਿਣ ਵਿੱਚ ਅਤੇ ਬੋਲਣ ਵਿੱਚ, ਬੋਲਣ ਵਿੱਚ ਅਤੇ ਚੁੱਪ ਰਹਿਣ ਵਿੱਚ ਸਾਡਾ ਕੋਈ ਆਪਣਾ ਅਖਤਿਆਰ ਨਹੀਂ ਹੈਗਾ ਨਾ। ਜੋਰ ਨਾ ਮੰਗਣ ਦੇਣ ਨਾ ਜੋਰ, ਨਾ ਹੀ ਮੰਗਣ ਵਿੱਚ ਸਾਡੀ ਮਨ ਮਰਜ਼ੀ ਚੱਲਦੀ ਹੈ ਅਤੇ ਨਾ ਹੀ ਦੇਣ ਵਿੱਚ। ਜੋਰ ਨਾ ਜੀਵਨ ਮਰਨ ਨਾ ਜੋਰ, ਜੀਵਨ ਵਿੱਚ ਅਤੇ ਮਰਨ ਵਿੱਚ ਵੀ ਸਾਡੀ ਕੋਈ ਸਮਰੱਥਾ ਕੰਮ ਨਹੀਂ ਕਰਦੀ ਨਾ, ਵਾਹਿਗੁਰੂ ਦਾ ਹੁਕਮ ਚੱਲਦਾ ਬਸ। ਜੋਰ ਨਾ ਰਾਜ ਮਾਲ ਮਨ ਸੋਰ, ਦੇਖੋ ਸ਼ੋਰ, ਇਸ ਰਾਜ ਅਤੇ ਮਾਲ ਦੇ ਪ੍ਰਾਪਤ ਕਰਨ ਵਿੱਚ ਵੀ ਸਾਡਾ ਕੋਈ ਜ਼ੋਰ ਨਹੀਂ ਚੱਲਦਾ। ਜਿਸ ਰਾਜ ਅਤੇ ਮਾਲ ਦੇ ਕਾਰਨ ਸਾਡੇ ਮਨ ਵਿੱਚ ਫੂੰ ਫਾਂ ਹੁੰਦੀ ਹੈ ਨਾ, ਇਹਦੇ ਵਿੱਚ ਸਾਡਾ ਕੋਈ ਜ਼ੋਰ ਨਹੀਂ ਹੈ। ਧਿਆਨ ਨਾਲ ਦੇਖੋ, ਬੋਲਣ ਵਿੱਚ ਅਤੇ ਚੁੱਪ ਰਹਿਣ ਵਿੱਚ ਵੀ ਸਾਡਾ ਕੋਈ ਆਪਣਾ ਅਖਤਿਆਰ ਨਹੀਂ ਹੁੰਦਾ। ਨਾ ਹੀ ਮੰਗਣ ਵਿੱਚ ਸਾਡੀ ਮਨ ਮਰਜ਼ੀ ਚੱਲਦੀ ਹੈ, ਨਾ ਦੇਣ ਵਿੱਚ ਸਾਡੀ ਮਰਜ਼ੀ ਚੱਲਦੀ ਹੈ। ਜੀਵਨ ਵਿੱਚ ਅਤੇ ਮਰਨ ਵਿੱਚ ਵੀ ਸਾਡਾ ਕੋਈ ਸਾਡੀ ਸਮਰੱਥਾ ਨਹੀਂ ਕੰਮ ਕਰਦੀ। ਇਸ ਰਾਜ ਅਤੇ ਮਾਲ ਦੇ ਪ੍ਰਾਪਤ ਕਰਨ ਲਈ ਵੀ ਸਾਡਾ ਕੋਈ ਜ਼ੋਰ ਨਹੀਂ ਚੱਲਦਾ। ਜਿਸ ਰਾਜ ਅਤੇ ਮਾਲ ਦੇ ਕਾਰਨ ਸਾਡੇ ਮਨ ਵਿੱਚ ਫੂੰ ਫਾਂ ਹੁੰਦੀ, ਐਵੇਂ ਵਾਧੂ ਦੀ ਐਵੇਂ ਬਹਿ ਗਿਆ ਕੁਰਸੀ 'ਤੇ ਮੰਤਰੀ ਬਣ ਗਿਆ, ਫੂੰ ਫਾਂ। ਪਰ ਇਹ ਸਾਰੀ ਖੇਡ ਵਾਹਿਗੁਰੂ ਦੇ ਹੱਥ ਹੈ। ਰਾਜ ਦੇ ਦੋ, ਜੇ ਰਾਜ ਦੇਵੈਂ ਤਾਂ ਕਵਣ ਵਡਾਈ, ਜੇ ਭੀਖ ਮੰਗਾਵੇਂ ਤਾਂ ਕਿਆ ਘਟ ਜਾਈ ਵਾਲੀ ਅਵਸਥਾ ਹੋਣੀ ਚਾਹੀਦੀ ਹੈ। ਹਕੂਮਤ, ਦੌਲਤ, ਚਿੰਤਾ, ਸ਼ੋਰ ਸ਼ਰਾਬਾ ਦੇ ਅੰਦਰ ਪੈਦਾ ਕਰਦੀਆਂ ਨੇ ਸਾਰੀਆਂ। ਹਾਸਲ ਕਰਨ ਦਾ ਕੋਈ ਬਲ ਨਹੀਂ ਆਪਣੇ ਅੰਦਰ, ਆਪਾਂ ਆਪਣੇ ਜ਼ੋਰ ਨਾਲ ਕਰ ਲਈ। ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਗਿਆਨ ਦੀ ਪ੍ਰਾਪਤੀ ਆਪਾਂ ਜ਼ੋਰ ਲਾ ਕੇ ਕਰ ਲਈ। ਆਤਮਿਕ ਜਾਗ ਵਿੱਚ, ਗਿਆਨ ਵਿੱਚ, ਵਿਚਾਰ ਰਹਿਣ ਦੀ ਵੀ ਸਾਡੀ ਸਮਰੱਥਾ ਨਹੀਂ ਹੈ ਨਾ। ਜ਼ੋਰ ਨਾ ਸੁਰਤੀ, ਆਪਾਂ ਸੁਰਤੀ ਲਾ ਨਹੀਂ ਸਕਦੇ ਵਾਹਿਗੁਰੂ ਆਪਣੇ ਜ਼ੋਰ ਨਾਲ, ਅਤੇ ਗਿਆਨ ਆਪਾਂ ਪ੍ਰਾਪਤ ਨਹੀਂ ਕਰ ਸਕਦੇ ਜ਼ੋਰ ਨਾਲ। ਜ਼ੋਰ ਨਾ ਜੁਗਤੀ ਛੋਟਾ ਸੰਸਾਰ, ਜੁਗਤ ਵਿੱਚ ਰਹਿ ਕੇ ਕੋਈ ਕਿਸੇ ਜੁਗਤੀ ਦੇ ਨਾਲ ਵੀ ਸਾਡਾ ਅਖਤਿਆਰ ਨਹੀਂ। ਇਸ ਕਰਕੇ ਜਨਮ ਮਰਨ ਮੁੱਕ ਜਾਵੇ ਸਾਡਾ ਨਾ, ਸਾਡੇ ਹੱਥ ਹੀ ਹੈ ਨਹੀਂ। ਜਿਸ ਹੱਥ ਜੋਰ ਕਰ ਵੇਖੈ ਸੋਏ, ਜਿਸ ਹੱਥ ਜੋਰ ਮਾਲਕ ਵਾਹਿਗੁਰੂ ਹੈ। ਦੇਖੋ
ਉਹੀ ਅਕਾਲ ਪੁਰਖ ਵਾਹਿਗੁਰੂ ਰਚਨਾ ਰਚ ਕੇ ਉਸ ਦੀ ਹਰ ਪ੍ਰਕਾਰ ਸੰਭਾਲ ਕਰਦਾ, ਉਹਦੇ ਹੱਥ ਵਿੱਚ ਹੀ ਸਮਰੱਥਾ ਹੈ। ਧਿਆਨ ਦੇਖਿਓ ਇਸ ਗੱਲ ਦਾ। ਜਿਹਦੇ ਹੱਥਾਂ ਵਿੱਚ ਤਾਕਤ ਹੈ ਨਾ, ਉਹ ਇਸ ਨੂੰ ਵਰਤਦਾ ਅਤੇ ਦੇਖਦਾ ਹੈ। ਕਰਨ ਵਾਲਾ ਜੀ ਉਹ ਹੈ। ਨਾਨਕ ਉੱਤਮ ਨੀਚ ਨਾ ਕੋਈ, ਇਹ ਨਾਨਕ ਆਪਣੇ ਆਪ ਵਿੱਚ ਨਾ ਕੋਈ ਮਨੁੱਖ ਉੱਤਮ ਹੈ ਨਾ ਹੀ ਨੀਚ ਹੈ। ਭਾਵ ਜੀਵਾਂ ਨੂੰ ਸਦਾਚਾਰੀ ਜਾਂ ਦੁਰਾਚਾਰੀ ਬਣਾਉਣ ਵਾਲਾ ਉਹ ਵਾਹਿਗੁਰੂ ਆਪੇ ਹੀ ਹੈ। ਜੇ ਸਿਮਰਨ ਦੀ ਬਰਕਤ ਨਾਲ ਇਹ ਨਿਸ਼ਚਾ ਬਣ ਜਾਵੇ ਤਾਂ ਹੀ ਵਾਹਿਗੁਰੂ ਨਾਲੋਂ ਜੀਵ ਦੀ ਵਿੱਥ ਦੂਰ ਹੋ ਸਕਦੀ ਹੈ, ਨਹੀਂ ਤਾਂ ਕੋਈ ਹੋਰ ਢੰਗ ਤਰੀਕਾ ਨਹੀਂ ਹੈਗਾ। ਜੇ ਆਪਾਂ ਆਖੀਏ ਵੀ ਆਪਣੀ ਤਾਕਤ ਨਾਲ ਜਾਂ ਜ਼ੋਰ ਨਾਲ ਕੋਈ ਹੋਰ ਕਰਮ ਕਾਂਡ ਜਿੰਨੇ ਮਰਜ਼ੀ ਪਿਆ ਬੰਦਾ ਕਰੀ ਜਾਵੇ, ਕਿ ਉਹਦਾ ਫਾਇਦਾ ਹੀ ਕੋਈ ਨਹੀਂ, ਉਹਦਾ ਕੋਈ ਫਾਇਦਾ ਨਹੀਂ ਵਾਹਿਗੁਰੂ। ਹੁਣ ਅੱਗੇ ਗੱਲ ਕੀਤੀ ਗੁਰੂ ਸਾਹਿਬ ਜੀ ਨੇ, ਕਹਿੰਦੇ ਰਾਤੀ ਰੁੱਤੀ ਥਿੱਤੀ ਵਾਰ, 34ਵੀਂ ਪੌੜੀ ਹੈ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ। ਵਾਹਿਗੁਰੂ ਨੇ ਰਾਤਾਂ, ਮੌਸਮ, ਚੰਦ, ਦਿਨ, ਹਫ਼ਤੇ, ਦਿਹਾੜੇ ਕਿਹਨੇ ਬਣਾਏ? ਸਭ ਵਾਹਿਗੁਰੂ ਨੇ ਬਣਾਏ ਆ। ਜੇ ਮੰਨ ਲਓ ਸਿੱਧਾ ਨਾਲ ਗੱਲ ਹੁੰਦੀ ਪਈ ਆ, ਸਿੱਧੋ ਇਹ ਰਾਤਾਂ, ਰੁੱਤੀ, ਬਸੰਤ, ਗਰੀਖਮ, ਗਰਮੀ, ਬਰਸਾਤ, ਸਰਦ ਰੁੱਤ, ਹਿੰਮਤ, ਸਿਸਰ, ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਹਵਾ, ਪਾਣੀ, ਅੱਗ ਅਤੇ ਪਾਤਾਲ, ਇਹਨਾਂ ਸਾਰਿਆਂ ਦੇ ਇਕੱਠ ਵਿੱਚ ਵਾਹਿਗੁਰੂ ਨੇ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਹਨਾਂ ਸਾਰਿਆਂ ਦੇ ਸਮੁਦਾਇ ਵਿੱਚ ਇੱਥੇ ਤਿਸ ਵੱਲ ਖਾਸ ਧਿਆਨ ਦੇਣ ਦਾ ਤੇ ਇੱਕੋ ਤਰੀਕਾ ਨਾ ਤਿਸ ਵਿੱਚ ਦਾ ਭਾਵ ਕੀ ਹੁੰਦਾ? ਇਸ ਅਕਾਲ ਪੁਰਖ ਵਾਹਿਗੁਰੂ ਨੇ ਸਾਰੇ ਸਿਸਟਮ ਦੇ ਵਿੱਚ ਧਰਤੀ ਨੂੰ ਧਰਮ ਕਮਾਉਣ ਦਾ ਸਥਾਨ ਬਣਾ ਕੇ ਟਿਕਾ ਦਿੱਤਾ। ਧਰਮ ਕਮਾਉਣ ਦਾ ਸਥਾਨ ਹੈ, ਧਰਮਸਾਲ ਹੈ। ਇੱਥੇ ਧਰਮ ਕਮਾਉਣ ਆਏ ਹਾਂ ਆਪਾਂ ਧਰਤੀ 'ਤੇ, ਬੱਚੇ ਪੈਦਾ ਕਰਨ ਨਹੀਂ ਆਏ, ਫੈਕਟਰੀਆਂ ਬਣਾਉਣ ਨਹੀਂ ਆਏ। ਧਰਮ ਕਮਾਉਣ ਵਾਸਤੇ ਭੇਜਿਆ ਵਾਹਿਗੁਰੂ ਨੇ, ਧਰਮ ਹੀ ਹੋਣਾ ਸੀ। ਧਰਮਸਾਲ ਹੈ, ਧਰਮ ਕਮਾਉਣ ਦਾ ਸਥਾਨ ਜਿਹਨੂੰ ਕਹਿੰਦੇ ਆ। ਤਿਸ ਵਿੱਚ ਧਰਤੀ ਥਾਪ ਰੱਖੀ, ਧਿਆਨ ਨਾਲ ਪੜ੍ਹਿਆ ਕਰੋ ਵਾਹਿਗੁਰੂ ਜੀਓ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਫਿਰ ਕਹਿੰਦੇ ਤਿਸ ਵਿੱਚ ਜੀ ਜੁਗਤ ਕੇ ਰੰਗ। ਇਸ ਧਰਤੀ ਦੇ ਉੱਤੇ ਕਈ ਜੁਗਤੀਆਂ ਅਤੇ ਕਈ ਰੰਗਾਂ ਦੇ ਜੀਵ ਵਸਦੇ ਨੇ। ਤਿੰਨ ਕੇ ਨਾਮ ਅਨੇਕ ਅਨੰਤ, ਫਿਰ ਉਹਨਾਂ ਦੇ ਨਾਮ ਪਤਾ ਨਹੀਂ ਕਿੰਨੇ ਨਾਮ। ਸਭਨਾ ਵਾਸਤੇ ਬੜੀ ਕਲਾਮ ਹੈ। ਜੀ ਜਾਤ ਰੰਗਾਂ ਕੇ ਨਾਮ ਸਭਨਾ ਲਿਖਿਆ, ਬੜੀ ਕਲਾਮ। ਇੱਥੇ ਸਾਰਾ ਸਿਸਟਮ ਉਹਦੇ ਅੰਦਰ ਹੀ ਚੱਲਦਾ ਵਾਹਿਗੁਰੂ। ਧਿਆਨ ਨਾਲ ਦੇਖੋ, ਸਾਰੀ ਖੇਡ ਉਹਦੇ ਅੰਦਰ ਹੀ ਚੱਲਦੀ ਹੈ। ਰਾਤਾਂ, ਰੁੱਤਾਂ, ਥਿੱਤਾਂ ਵਾਰ, ਹਵਾ, ਪਾਣੀ, ਅੱਗ, ਇਹਨਾਂ ਸਾਰਿਆਂ ਦੇ ਇਕੱਠ ਦੇ ਵਿੱਚ ਵਾਹਿਗੁਰੂ ਨੇ ਧਰਤੀ ਨੂੰ ਧਰਮ ਕਮਾਉਣ ਦਾ ਸਥਾਨ ਬਣਾ ਕੇ ਟਿਕਾ ਦਿੱਤਾ। ਰਾਤਾਂ ਅਤੇ ਰੁੱਤਾਂ, ਥਿੱਤਾਂ ਅਤੇ ਵਾਰਾਂ, ਹਵਾ, ਪਾਣੀ, ਅੱਗ ਦੇ ਪਤਾਲਾਂ ਦੇ ਵਿਚਾਲੇ ਦੇਖੋਗੇ ਤੁਸੀਂ ਧਰਤੀ ਹੈ। ਸਮਝੀਏ, ਧਰਤੀ ਧਰਮ ਕਮਾਉਣ ਵਾਸਤੇ ਰੱਖੀ ਵਾਹਿਗੁਰੂ ਨੇ। ਇਸ ਧਰਤੀ ਉੱਤੇ ਕਈ ਜੁਗਤੀਆਂ ਦੇ ਰੰਗਾਂ ਦੇ ਜੀਵ ਵਸਦੇ ਨੇ, ਜਿਨ੍ਹਾਂ ਦੇ ਅਨੇਕਾਂ ਤੇ ਅਣਗਿਣਤੀ ਨਾਮ ਨੇ, ਬਿਆਨ ਹੀ ਨਹੀਂ ਕਰ ਸਕਦਾ ਬੰਦਾ। ਕਰਮੀ ਹੋਏ ਵਿਚਾਰ, ਇਹਨਾਂ ਅਨੇਕਾਂ ਨਾਵਾਂ ਤੇ ਰੰਗਾਂ ਵਾਲੇ ਜੀਵਾਂ ਦੇ ਆਪੋ ਆਪਣੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਅਕਾਲ ਪੁਰਖ ਵਾਹਿਗੁਰੂ ਦੇ ਦਰ 'ਤੇ ਨਿਬੇੜਾ ਹੁੰਦਾ। ਫਿਰ ਵਿਚਾਰ, ਜੀਵਾਂ ਦੇ ਕੀਤੇ ਕਰਮਾਂ ਦਾ ਨਿਬੇੜਾ। ਸੱਚਾ ਆਪ, ਸੱਚਾ ਦਰਬਾਰ, ਜਿਸ ਵਿੱਚ ਕੋਈ ਉਕਾਈ ਨਹੀਂ। ਸੱਚਾ ਸਦੀਵੀ ਹੋਣ ਵਾਲਾ ਵਾਹਿਗੁਰੂ, ਨਿਆਂ ਕਰਨ ਵਾਲਾ, ਕਿਉਂਕਿ ਨਿਆਂ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਆਪ ਸੱਚਾ ਹੈ, ਸਦੀਵੀ ਹੋਣ ਵਾਲਾ ਹੈ, ਅਤੇ ਉਹਦਾ ਦਰਬਾਰ ਵੀ ਸੱਚਾ ਹੀ ਹੈ। ਫਿਰ ਤਿੱਥੈ ਸੋਹਣ ਪੰਜ ਪਰਵਾਨ, ਅਕਾਲ ਪੁਰਖ ਦੇ ਦਰਬਾਰ ਵਿੱਚ ਸੋਹੰਦੇ ਨੇ ਸੰਤ ਜਨ, ਪ੍ਰਤੱਖ ਤੌਰ 'ਤੇ ਸੋਭਦੇ ਨੇ ਪੰਜ ਪ੍ਰਵਾਨ। ਪੰਜ ਪ੍ਰਵਾਨ, ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵੇਂ ਦਰਗਾ ਮਾਣ, ਉਹੀ ਸੋਹੰਦੇ ਨੇ ਵਾਹਿਗੁਰੂ। ਗੁਰਮੁਖ ਪਿਆਰੇ ਸੋਹਣੇ ਲੱਗਦੇ ਨੇ। ਨਦਰੀ ਕਰਮ ਪਵੈ ਨਿਸ਼ਾਨ, ਨਿਸ਼ਾਨ ਪੈ ਜਾਂਦਾ, ਨਿਸ਼ਾਨ ਲੱਗ ਜਾਂਦਾ। ਵਡਿਆਈਆਂ ਦੇ ਚਿੰਨ੍ਹ ਮੱਥੇ 'ਤੇ ਚਮਕ ਪੈਂਦੇ ਨੇ, ਉਹਦੀ ਕਿਰਪਾ ਹੋ ਜਾਵੇ। ਮੇਲ ਦੀ ਨਜ਼ਰ ਵਾਲੇ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਨਾਲ ਉਹਨਾਂ ਗੁਰਮੁਖਾਂ ਦੇ ਮੱਥੇ ਉੱਤੇ ਵਡਿਆਈ ਦੇ ਨਿਸ਼ਾਨ ਚਮਕ ਪੈਂਦੇ ਹਨ।
ਕੱਚ ਪਕਾਈ ਉੱਥੇ ਪਾਏ। ਇਸ ਸੰਸਾਰ ਵਿੱਚ ਕਿਸੇ ਦਾ ਵੱਡਾ ਛੋਟਾ ਅਖਵਾਣਾ ਕਿਸੇ ਅਰਥ ਨਹੀਂ। ਇਹਨਾਂ ਦੀ ਕਚਿਆਈ ਤੇ ਪਕਿਆਈ ਅਕਾਲ ਪੁਰਖ ਵਾਹਿਗੁਰੂ ਦੇ ਦਰ 'ਤੇ ਜਾ ਕੇ ਪਤਾ ਲੱਗਦੀ ਹੈ। ਇੱਥੇ ਬੰਦੇ ਬੜੇ ਆਪਣੇ ਆਪ ਨੂੰ ਧਰਮੀ ਸਮਝਦੇ ਹੀ ਉਹ, ਬਾਕੀ ਉੱਥੇ ਪਤਾ ਲੱਗਦਾ ਕੱਚਾ ਪੱਕਾ ਕੌਣ ਆ। ਨਾਨਕ ਗਿਆ ਜਪੈ ਜਾਏ। ਹੇ ਨਾਨਕ, ਅਕਾਲ ਪੁਰਖ ਵਾਹਿਗੁਰੂ ਦੇ ਦਰ 'ਤੇ ਗਿਆ ਹੀ ਸਮਝ ਆਉਂਦੀ ਹੈ ਕਿ ਅਸਲ ਵਿੱਚ ਕੌਣ ਪੱਕਾ ਤੇ ਕੌਣ ਕੱਚਾ। ਇਸ ਸੰਸਾਰ ਵਿੱਚ ਕਿਸੇ ਦਾ ਵੱਡਾ ਛੋਟਾ ਖਵਾਉਣਾ ਕਿਸੇ ਅਰਥ ਨਹੀਂ ਹੈ। ਇਹਨਾਂ ਦੀ ਕਚਿਆਈ ਪਕਾਈ ਤਾਂ ਵਾਹਿਗੁਰੂ ਦੇ ਦਰ 'ਤੇ ਪਰਖੀ ਜਾਂਦੀ ਹੈ ਭਾਈ। ਉੱਥੇ ਜਾ ਕੇ ਪਤਾ ਲੱਗਦਾ ਸੱਚ ਦੇ ਝੂਠ ਦਾ, ਉੱਦਾਂ ਨਹੀਂ ਪਤਾ ਲੱਗਦਾ। ਗੁਰੂ ਕਿਰਪਾ ਕਰਦੇ ਆ ਤਾਂ ਸਮਝ ਆਉਂਦੀ ਆ, ਨਹੀਂ ਤੇ ਨਹੀਂ ਆਉਂਦੀ। ਇਹ ਵਾਹਿਗੁਰੂ ਜੀ ਇਸ ਟਾਈਮ ਹੁਣ ਆਪਣੀਆਂ ਹੋ ਗਈਆਂ ਤਕਰੀਬਨ ਵਾਹਿਗੁਰੂ ਜੀ 34 ਪੌੜੀਆਂ। ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਪੈ ਜਾਏ। 35ਵੀਂ ਪੌੜੀ ਹੈ ਵਾਹਿਗੁਰੂ ਜੀ ਅੱਗੇ ਜਿਹੜੀ ਹੈ ਫਿਰ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਧਰਮ ਖੰਡ ਦਾ ਇਹ ਨਿਰਾ ਇਹੀ ਕਰਤੱਵ ਹੈ ਵੀ ਜੋ ਉੱਪਰ ਦੱਸਿਆ, ਜਿਹੜਾ ਆਪਾਂ ਹੁਣ ਪਿੱਛੇ ਸਾਰੀਆਂ ਪੌੜੀਆਂ ਪੜ੍ਹ ਕੇ ਆ ਗਏ ਹਾਂ ਨਾ, ਤੁਸੀਂ ਧਿਆਨ ਨਾਲ ਦੇਖੋਗੇ ਵੀ ਉੱਥੇ ਜ਼ੋਰ ਨਹੀਂ ਚੱਲਦਾ, ਉੱਥੇ ਸਿਸਟਮ ਨਹੀਂ ਚੱਲਦਾ, ਲੱਖਾਂ ਜੀਬਾਂ ਹੋ ਜਾਣ, ਆਸਣ ਸਾਰਾ ਹੋ ਜੇ ਲੋਹੇ ਲੋਹੇ ਭੰਡਾਰ ਵਾਲਾ। ਇਹ ਸਾਰਾ ਸਿਸਟਮ ਇਹੀ ਹੈ ਕਰਤੱਵ। ਧਰਮ ਹੁੰਦਾ ਕਰਤੱਵ, ਮੰਤਵ ਇਹੀ ਹੈ। ਧਿਆਨ ਨਾਲ ਸਮਝੋ ਵੀ ਇਹ ਜਿਹੜੇ ਕਰਮ ਕਾਂਡ ਦਾ ਇਹੀ ਪ੍ਰਕਾਰ ਹੈ। ਜੈਸੇ ਵਾਹਿਗੁਰੂ ਨੇ ਕਿਰਪਾ ਕਰਕੇ ਆਪਾਂ ਨੂੰ ਉੱਪਰ ਸਮਝਾ ਲਿਆ ਸਾਰਾ, ਆਪਾਂ ਪਿੱਛੇ ਪੌੜੀਆਂ 34 ਪੜ੍ਹ ਹੋਏ ਨਾ। ਇਹ 35ਵੀਂ ਪੌੜੀ ਇਹ ਗਿਆਨ ਬਿਆਨ ਕਰਦੀ ਵੀ ਧਰਮ ਖੰਡ ਦਾ ਇਹ ਧਰਮ ਹੈ। ਹੁਣ ਅੱਗੇ ਗੱਲ ਜਿਹੜੀ ਮੈਂ ਕਰਨ ਲੱਗਾ ਤੁਹਾਨੂੰ, ਗੁਰੂ ਸਾਹਿਬ ਕਹਿੰਦੇ ਉਹ ਹੈ ਗਿਆਨ ਖੰਡ ਕਾ ਆਖੋ ਕਰਮ। ਹੁਣ ਗਿਆਨ ਖੰਡ ਦਾ ਕਰਤੱਵ ਵੀ ਸਮਝੋ ਧਿਆਨ ਦੇ ਨਾਲ, ਜੋ ਅਗਲੀਆਂ ਤੁਕਾਂ ਦੇ ਵਿੱਚ ਆ ਰਿਹਾ। ਹੁਣ ਗਾਂਹ ਪੜ੍ਹਦੇ ਜਾਵਾਂਗੇ ਆਪਾਂ ਨੂੰ ਪਤਾ ਲੱਗੇਗਾ ਵੀ ਗਿਆਨ ਖੰਡ ਵਿੱਚ ਕੀ ਹੈ, ਪਿੱਛੇ ਧਰਮ ਖੰਡ ਵਿੱਚ ਕੀ ਸੀ। ਧਰਮ ਖੰਡ ਦਾ ਨਿਰਣਾ ਇਹ ਹੀ ਹੈ, ਉਹਦਾ ਕਰਤੱਵ ਇਹ ਹੀ ਹੈ ਜੋ ਉੱਪਰ ਆਪਾਂ ਪੜ੍ਹਿਆ। ਪਿੱਛੇ ਸਾਰੀਆਂ ਪੌੜੀਆਂ ਜਿਹੜੀਆਂ ਆਪਾਂ 33 ਪੜ੍ਹ ਰਹੇ ਹਾਂ ਇਹ ਸਾਰੀਆਂ ਧਰਮ ਖੰਡ ਦੇ ਵਿੱਚੋਂ ਨਿਕਲੀਆਂ ਨੇ। ਹੁਣ ਗਿਆਨ ਖੰਡ ਦਾ ਕਰਤੱਵ ਵੀ ਸਮਝੋ, ਇਹ ਆਪਾਂ ਨੂੰ ਗੁਰੂ ਸਾਹਿਬ ਅੱਗੇ ਸਮਝਾਉਣ ਲੱਗੇ ਆ। ਗੁਰੂ ਸਾਹਿਬ ਕਹਿੰਦੇ ਅੱਗੇ ਦੇਖੋ ਉੱਥੇ ਕੀ ਹੈ ਗਿਆਨ ਖੰਡ ਦੇ ਵਿੱਚ। ਜਦੋਂ ਤੁਸੀਂ ਪਹੁੰਚੋਗੇ ਤੁਹਾਨੂੰ ਪਤਾ ਲੱਗੇਗਾ। ਕੇਤੇ ਪਵਨ ਪਾਣੀ ਵੇ ਸੰਤਰ, ਕੇਤੇ ਕਾਨ ਮਹੇਸ਼। ਹੁਣ ਇਹ ਗਿਆਨ ਦੇ ਰਾਹੀਂ ਪਤਾ ਲੱਗਦਾ ਆਪਾਂ ਨੂੰ। ਜੇ ਆਪਣੇ ਕੋਲ ਗਿਆਨ ਨਾ ਹੁੰਦਾ ਤਾਂ ਆਪਾਂ ਸਮਝਦੇ ਵੀ ਇੱਕੋ ਧਰਤੀ ਹੈ, ਇੱਕੋ ਸੂਰਜ ਹੈ, ਇੱਕ ਚੰਦਰਮਾ। ਗੁਰੂ ਗ੍ਰੰਥ ਸਾਹਿਬ ਜੀ ਨੇ ਗਿਆਨ ਦਿੱਤਾ ਤੇ ਗੱਲ ਸਮਝਾ ਦਿੱਤੀ। ਕਹਿੰਦੇ ਨਹੀਂ ਪੁੱਤਰ, ਕੇਤੇ ਪਵਨ ਪਾਣੀ ਵਹਿ ਸੰਤਰ। ਕਈ ਪ੍ਰਕਾਰ ਦੇ ਪੌਣ ਨੇ, ਭਾਵ ਕਈ ਪ੍ਰਕਾਰ ਦੀ ਹਵਾ ਚੱਲਦੀ ਹੈ, ਕਈ ਪ੍ਰਕਾਰ ਦੇ ਪਾਣੀ ਨੇ, ਕਈ ਪ੍ਰਕਾਰ ਦੀਆਂ ਅੱਗਾਂ ਨੇ। ਤੇ ਕੇਤੇ ਕਾਨ ਮਹੇਸ਼, ਕਈ ਕ੍ਰਿਸ਼ਨ ਨੇ ਤੇ ਕਈ ਸ਼ਿਵ ਜੀ ਨੇ। ਇਹ ਹੈ ਗਿਆਨ, ਇਹਨੂੰ ਕਹਿੰਦੇ ਗਿਆਨ ਖੰਡ। ਹੁਣ ਆਪਾਂ ਇੱਕੋ ਸ਼ਿਵ ਜੀ ਨੂੰ ਜਾਣਦੇ, ਜੇ ਕਿਸੇ ਨਾਲ ਗੱਲ ਕਰਕੇ ਦੇਖੀਏ ਤਾਂ ਲੱਗਦਾ ਫਲਾਣਾ ਸ਼ਿਵ ਜੀ ਦਾ ਭਗਤ। ਉਹਦਾ ਤੂੰ ਕਿਹੜੇ ਸ਼ਿਵ ਜੀ ਦਾ ਭਗਤ ਆ ਬਈ ਦੱਸ, ਕਿਹੜਾ ਕ੍ਰਿਸ਼ਨ? ਕਹਿੰਦਾ ਤੂੰ ਕਿਹੜੇ ਕ੍ਰਿਸ਼ਨ ਨੂੰ ਮੰਨਦਾ? ਇੱਥੇ ਦੇ ਪਤਾ ਨਹੀਂ ਕਿੰਨੇ ਕ੍ਰਿਸ਼ਨ ਆਏ, ਕਿੰਨੇ ਟੁਰ ਕੇ, ਪਤਾ ਹੀ ਨਹੀਂ। ਇਹ ਕਿਹਨੇ ਦਿੱਤਾ ਗਿਆਨ? ਗੁਰੂ ਨੇ। ਕੇਤੇ ਬਰਮੇ ਘਾਲਤ ਘੜੀਐ, ਰੂਪ ਰੰਗ ਕੇ ਵੇਸ। ਬਰਮੇ ਕਈ ਬ੍ਰਹਮਾ ਨੇ, ਆਪਾਂ ਇੱਕੋ ਬ੍ਰਹਮਾ ਨੂੰ ਜਾਣਦੇ ਕਰਦੇ ਹਾਂ, ਸੁਣਿਆ ਪੜ੍ਹਿਆ, ਇੱਕੋ ਦਾ ਹੀ ਪਤਾ ਨਾ। ਉਹਦਾ ਪਤਾ ਹੀ ਨਹੀਂ ਕਿੰਨੇ ਕਿੰਨੇ ਇੱਥੇ ਕਈ ਬ੍ਰਹਮੇ ਨੇ। ਕੇਤੇ ਬਰਮੇ ਘਾੜਤ ਘੜੀਏ, ਘਾੜਤ ਘੜੀਏ ਨੇ, ਘਾੜ ਦੇ ਵਿੱਚ ਘੜੀਂਦੇ ਨੇ, ਪੈਦਾ ਕੀਤਾ ਜਾ ਰਹੇ ਨੇ, ਪੈਦਾ ਕੀਤੇ ਜਾ ਰਹੇ ਨੇ। ਕਈ ਬ੍ਰਹਮਾ ਪੈਦਾ ਕੀਤੇ ਜਾ ਰਹੇ ਨੇ ਜਿਨ੍ਹਾਂ ਦੇ ਕਈ ਰੂਪ ਨੇ, ਕਈ ਰੰਗ ਤੇ ਕਈ ਵੇਸ ਨੇ। ਰੂਪ ਰੰਗ ਕੇ ਵੇਸ, ਵਾਹਿਗੁਰੂ ਪਤਾ ਹੀ ਨਹੀਂ ਲੱਗਦਾ, ਆਪਾਂ ਨੂੰ ਨਹੀਂ ਪਤਾ। ਇਹ ਗਿਆਨ ਦੱਸ ਰਿਹਾ ਗੁਰੂ ਦਾ, ਗੁਰੂ ਗਿਆਨ ਦੇ ਰਿਹਾ ਆਪਾਂ ਨੂੰ ਵੀ ਪੁੱਤਰ ਐਵੇਂ ਭੁਲੇਖੇ 'ਚ ਨਾ ਰਹੀ, ਬੜਾ ਕੁਝ ਹੀ ਅੱਗੇ। ਕਈ ਬ੍ਰਹਮਾ ਪੈਦਾ ਕੀਤੇ ਜਾ ਰਹੇ ਨੇ ਜਿਨ੍ਹਾਂ ਦੇ ਕਈ ਰੂਪ ਨੇ, ਕਈ ਰੰਗ ਨੇ, ਕਈ ਵੇਸ ਨੇ, ਕਈ ਪ੍ਰਕਾਰ ਦੀ ਵਾਹਿਗੁਰੂ ਦੀ ਬਣਾਈ ਰਚਨਾ ਦੇ ਵਿੱਚ ਪੌਣ ਹੈ, ਪਾਣੀ ਹੈ, ਅਗਨੀਆਂ ਨੇ, ਕ੍ਰਿਸ਼ਨ ਨੇ, ਸ਼ਿਵ ਜੀ ਨੇ, ਕਈ ਬ੍ਰਹਮੇ ਨੇ, ਕਈ ਰੂਪ ਨੇ, ਕਈ ਰੰਗ, ਕਈ ਵੇਸ ਨੇ ਉਹਨਾਂ ਦੇ। ਫਿਰ ਕਹਿੰਦੇ ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਤੂੰ ਉਪਦੇਸ਼। ਕੇਤੀਆਂ ਕਈ ਬੇਅੰਤ,
ਕਰਮ ਭੂਮੀ ਕੰਮ ਕਰਨ ਵਾਲੀਆਂ ਭੂਮੀਆਂ ਭਾਵ ਧਰਤੀਆਂ, ਪਤਾ ਹੀ ਨਹੀਂ ਕਿੰਨੀਆਂ ਕੁ ਨੇ। ਮੇਰ ਪਰਬਤ, ਧਰੂ ਭਗਤ, ਪਤਾ ਨਹੀਂ ਕਿੰਨੇ ਕੁ ਨੇ। ਉਹਨਾਂ ਧਰੂ ਭਗਤਾਂ ਦੇ ਉਪਦੇਸ਼ ਅਕਾਲ ਪੁਰਖ ਦੀ ਕੁਦਰਤ ਵਿੱਚ ਬੇਅੰਤ ਧਰਤੀਆਂ ਨੇ, ਬੇਅੰਤ ਮੇਰੂ ਪਰਬਤ ਨੇ, ਬੇਅੰਤ ਧਰੂ ਭਗਤ ਤੇ ਉਹਨਾਂ ਦੇ ਉਪਦੇਸ਼ ਨੇ। ਆਪਾਂ ਇੱਕੋ ਧਰੂ ਭਗਤ ਨੂੰ ਜਾਣਦੇ ਕਰਦੇ ਹਾਂ, ਉਹਦਾ ਪਤਾ ਨਹੀਂ ਕਿੰਨੇ ਕੁ ਵਾਹਿਗੁਰੂ। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼। ਬੇਅੰਤ ਇੰਦਰ ਦੇਵਤੇ ਨੇ, ਚੰਦਰਮਾ ਨੇ, ਬੇਅੰਤ ਸੂਰਜ ਨੇ, ਬੇਅੰਤ ਭਵਨ ਚੱਕਰ ਨੇ। ਦੱਸੋ ਤੁਸੀਂ ਕੀ ਅੰਤ ਪਾਓਗੇ ਉਹਦਾ ਬਈ। ਫਿਰ ਕਹਿੰਦੇ ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ। ਕੇਤੇ ਦੇਵੀਆਂ ਦੇ ਪਹਿਰਾਵੇ, ਦੇਵੀ ਵੇਸ ਦੇਵੀਆਂ ਦੇ ਪਹਿਰਾਵੇ, ਬੁੱਧ ਬੁੱਧ ਦਾ ਅਵਤਾਰ। ਉਹ ਇਸ ਵਾਸਤੇ ਦੇਵੀਆਂ ਦੇ ਵੇਸ ਨੇ। ਬੇਅੰਤ ਸਿੱਧ ਨੇ, ਬੇਅੰਤ ਬੁੱਧ ਅਵਤਾਰ ਨੇ, ਬੇਅੰਤ ਨਾਥ ਨੇ, ਬੇਅੰਤੀ ਦੇਵੀਆਂ ਦੇ ਪਹਿਰਾਵੇ ਨੇ। ਇਸ ਅਕਾਲ ਪੁਰਖ ਵਾਹਿਗੁਰੂ ਦੀ ਨਾ, ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਦੀ ਬਣਾਈ ਇਸ ਕੁਦਰਤ ਦੇ ਵਿੱਚ ਬੇਅੰਤ ਧਰਤੀਆਂ ਨੇ, ਬੇਅੰਤ ਮੇਰੂ ਪਰਬਤ ਨੇ, ਬੇਅੰਤ ਧਰੂ ਭਗਤ ਨੇ, ਉਹਨਾਂ ਦੇ ਉਪਦੇਸ਼ ਨੇ, ਬੇਅੰਤ ਇੰਦਰ ਦੇਵਤੇ ਨੇ, ਚੰਦਰਮਾ ਹੈ, ਸੂਰਜ ਹੈ, ਬੇਅੰਤ ਭਵਨ ਨੇ, ਚੱਕਰ ਕੱਢ ਰਹੇ ਨੇ, ਬੇਅੰਤ ਸਿੱਧ ਨੇ, ਬੇਅੰਤ ਬੁੱਧ ਅਵਤਾਰ ਨੇ, ਬੇਅੰਤ ਨਾਥ ਨੇ, ਬੇਅੰਤ ਦੇਵੀਆਂ ਦੇ ਪਹਿਰਾਵੇ ਨੇ, ਬੇਅੰਤ ਦੇਵੀਆਂ ਨੇ। ਕੇਤੇ ਦੇਵ ਦਾਨਵ ਮਨ ਕੇਤੇ, ਕੇਤੇ ਰਤਨ ਸਮੁੰਦ। ਦਾਨਵ ਰਾਖਸ਼, ਰਾਖਸ਼ ਜਿਹਨੂੰ ਕਹਿੰਦੇ ਦੈਂਤ। ਅਕਾਲ ਪੁਰਖ ਵਾਹਿਗੁਰੂ ਦੀ ਇਸ ਰਚਨਾ ਦੇ ਵਿੱਚ ਬੇਅੰਤ ਦੇਵਤੇ, ਬੇਅੰਤ ਦੈਂਤ, ਬੇਅੰਤ ਮੁਨੀ, ਬੇਅੰਤ ਪ੍ਰਕਾਰ ਦੇ ਰਤਨ ਤੇ ਰਤਨਾਂ ਦੇ ਸਮੁੰਦਰ ਨੇ। ਸਮੁੰਦਰ ਵਗਦੇ ਨੇ ਵਾਹਿਗੁਰੂ, ਰਤਨਾਂ ਦੇ ਸਮੁੰਦਰ। ਦੱਸੋ ਹੋਰ ਨਵੀਂ ਗੱਲ ਸੁਣੋ। ਆਪਾਂ ਇੱਕ ਅੱਧਾ ਸਮੁੰਦਰ ਗੁਰਸਾਹਿਬ ਕਹਿੰਦੇ ਰਤਨਾਂ ਦੇ ਸਮੁੰਦਰ ਵਗਣ ਡੇ ਨੇ ਇੱਥੇ ਤੇ ਨਦੀਆਂ ਚੱਲਣ ਡੀਆਂ ਰਤਨਾਂ ਦੀ। ਕੇਤੀਆਂ ਖਾਣੀ ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ। ਜੀਵਾਂ ਦੀਆਂ ਬੋਲੀਆਂ ਰਚਨਾ, ਜੀਵ ਰਚਨਾ ਦੀਆਂ ਬੇਅੰਤ ਖਾਣੀਆਂ ਨੇ। ਜੀਵਾਂ ਦੀਆਂ ਬੋਲੀਆਂ ਵੀ ਚਾਰ ਨਹੀਂ ਹੈਗੀਆਂ, ਬੇਅੰਤ ਨੇ। ਬੇਅੰਤ ਬਾਣੀਆਂ, ਬੋਲੀਆਂ ਦਾ ਵੀ ਪਤਾ ਨਹੀਂ, ਬੇਅੰਤ ਬਾਣੀਆਂ ਨੇ। ਬੇਅੰਤ ਪਾਤਸ਼ਾਹ ਤੇ ਰਾਜੇ ਤੁਰੇ ਫਿਰਦੇ ਨੇ, ਪਤਾ ਹੀ ਨਹੀਂ ਕਿੰਨੇ ਕਿੰਨੇ। ਕੇਤੀਆਂ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਾ ਅੰਤ। ਸਾਰੀ ਪੌੜੀ ਵੱਲ ਜਦੋਂ ਆਪਾਂ ਧਿਆਨ ਦੇ ਕੇ ਦੇਖਦੇ ਹਾਂ ਨਾ, ਸਪਸ਼ਟ ਪਤਾ ਲੱਗ ਜਾਂਦਾ ਕਿ ਕੇਤੇ ਜਿਹੜੇ ਨੇ ਨਾ, ਸ਼ਬਦ ਵਰਤਿਆ ਗਿਆ ਵਾਹਿਗੁਰੂ ਜਿਹੜਾ ਵਰਤਿਆ, ਇਹ ਕੇਤੀਆਂ ਤੇ ਕੇਤੇ ਇਹ ਸਾਰੇ ਸੁਰਤੀ ਦੀ ਖੇਡ ਹੈ ਵਾਹਿਗੁਰੂ। ਬੇਅੰਤ ਪ੍ਰਕਾਰ ਦੇ ਧਿਆਨ ਦੇਣ ਵਾਲੇ ਹਨ ਜੀਵ, ਮਨ ਦੁਆਰਾ ਲਾਉਂਦੇ ਨੇ। ਸੇਵਕ ਬੇਅੰਤ ਨੇ, ਨਾਨਕ ਕੋਈ ਅੰਤ ਹੀ ਨਹੀਂ ਪਾ ਸਕਦਾ। ਸੁਰਤੀ ਲਾਉਣ ਵਾਲੇ ਸੇਵਕ ਪਤਾ ਨਹੀਂ ਕਿੰਨੇ ਕਿੰਨੇ, ਉਹਦਾ ਅੰਤ ਪਾ ਸਕਦਾ ਕੋਈ। ਅਕਾਲ ਪੁਰਖ ਵਾਹਿਗੁਰੂ ਦੀ ਬਣਾਈ ਰਚਨਾ ਦੇ ਵਿੱਚ ਬੇਅੰਤ ਦੇਵਤੇ, ਦੈਂਤ, ਬੇਅੰਤ ਮੁਨੀ, ਬੇਅੰਤ ਰਤਨਾਂ ਦੇ ਭਰੇ ਸਮੁੰਦਰ, ਜੀਵ ਰਚਨਾ ਦੀਆਂ ਬੇਅੰਤ ਖਾਣੀਆਂ, ਜੀਵਾਂ ਦੀਆਂ ਬੋਲੀਆਂ, ਬੇਅੰਤ ਬਾਣੀਆਂ ਨੇ। ਬੇਅੰਤ ਪਾਤਸ਼ਾਹ ਰਾਜੇ, ਬੇਅੰਤ ਪ੍ਰਕਾਰ ਦੇ ਧਿਆਨ ਲਾਉਣ ਵਾਲੇ ਜੀਵ, ਮਨ ਦੁਆਰਾ ਧਿਆਨ ਲਾਉਂਦੇ ਨੇ, ਬੇਅੰਤ ਸੇਵਕ ਨੇ। ਇਹ ਨਾਨਕ ਕੋਈ ਅੰਤ ਹੀ ਨਹੀਂ ਪੈ ਸਕਦਾ ਇਹਨਾਂ ਦਾ। ਕੋਈ ਅੰਤ ਪਾ ਸਕਦਾ? ਕੋਈ ਨਹੀਂ ਪਾ ਸਕਦਾ। ਦੇਖੋ ਤੁਸੀਂ ਹੁਣ ਇਹ 35 ਨੰਬਰ ਪੌੜੀ ਹੈ ਵਾਹਿਗੁਰੂ। 23 ਮਿੰਟ ਹੋ ਗਏ, 24 ਤੋਂ ਮਾਫੀ ਚਾਹਾਂਗਾ। ਆਪਾਂ ਇੱਥੇ ਸਮਾਪਤੀ ਕਰਦੇ ਹਾਂ। 35 ਨੰਬਰ ਪੌੜੀ ਤਾਂ ਆਪਾਂ ਹੋ ਗਿਆ। 36ਵੀਂ ਪੌੜੀ ਕੱਲ੍ਹ ਨੂੰ ਗਿਆਨ ਖੰਡ ਮੇ ਗਿਆਨ ਪ੍ਰਚੰਡ ਤੋਂ ਆਪਾਂ ਸ਼ੁਰੂ ਕਰਾਂਗੇ। ਸੋ ਬਾਣੀ ਵਿਚਾਰਦਿਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।